ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਬਾਰੇ ਹੋਇਆ ਵੱਡਾ ਐਲਾਨ, ਹੁਣ ਵੱਧ ਲੋਕਾਂ ਨੂੰ ਮਿਲੇਗਾ ਪੱਕੇ ਹੋਣ ਦਾ ਮੌਕਾ। ਕੈਨੇਡਾ ਵਿੱਚ ਕਾਮਿਆਂ ਦੀ ਭਾਰੀ ਕਮੀ, ਹੈਰਾਨ ਕਰਨ ਵਾਲਾ ਪੁੱਲ ਆਇਆ ਸਾਹਮਣੇ। ਕੱਲ ਨੂੰ ਯਾਤਰੀਆਂ ਤੇ ਲੱਗੀ ਸ਼ਰਤ ਖਤਮ, ਹੁਣ ਨਹੀਂ ਹੋਵੇਗਾ ਕਰੋਨਾ ਟੀਕਾ ਜ਼ਰੂਰੀ। ਸਰਕਾਰ ਕਰੇਗੀ $5 ਬਿਲੀਅਨ ਦਾ ਖਰਚ, ਰੱਖਿਆ ਮੰਤਰੀ ਨੇ ਦਿੱਤੀ ਇਸ ਦੀ ਜਾਣਕਾਰੀ। ਬੱਚਿਆਂ ਦੇ ਖਾਣੇ ਵਿੱਚ ਬੈਕਟੀਰੀਆ ਦਾ ਡਰ, ਕਈ ਡੱਬੇ ਮੰਗਵਾਏ ਵਾਪਸ। ਇਮੀਗ੍ਰੇਸ਼ਨ ਬਾਰੇ ਵੱਡਾ ਐਲਾਨ ਹੋਇਆ। ਸੂਬੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਪਤਾ ਚੱਲਿਆ ਕਿ ਜ਼ਿਆਦਾਤਰ ਲੋਕਾਂ ਨੂੰ ਹੁਣ PR ਹਾਸਲ ਕਰਨ ਦਾ ਮੌਕਾ ਮਿਲੇਗਾ। ਇਹ ਚੰਗੀ ਖਬਰ ਨੋਵਾ ਸਕੋਸ਼ੀਆ ਸੂਬੇ ਤੋਂ ਸਾਹਮਣੇ ਆਈ, ਜੋ ਉਹਨਾਂ ਵੱਲੋਂ ਆਪਣੀ ਡਰਾਅ ਤਹਿਤ ਟਾਰਗੇਟ ਰੱਖਿਆ ਗਿਆ ਸੀ, ਉਸ ਵਿੱਚ ਹੁਣ ਵਾਧਾ ਕੀਤਾ ਗਿਆ ਹੈ। ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਸਾਲ 2021 ਦੌਰਾਨ ਕਿੰਨੇ ਨਿਊ ਕਮਰਸ ਜਾਣੀ ਕਿ PR ਦਾ ਸਵਾਗਤ ਕੀਤਾ। ਇਮੀਗ੍ਰੇਸ਼ਨ ਬਾਰੇ ਤਾਜ਼ਾ ਐਲਾਨ ਹੋਇਆ ਹੈ। ਨੋਵਾ ਸਕੋਸ਼ੀਆ ਸੂਬੇ ਤੋਂ ਇਮੀਗ੍ਰੇਸ਼ਨ ਬਾਰੇ ਚੰਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਉਹਨਾਂ ਵੱਲੋਂ ਆਪਣੇ ਇਮੀਗ੍ਰੇਸ਼ਨ ਟਾਰਗੇਟ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਜੀ ਹਾਂ, ਨੋਵਾ ਸਕੋਸ਼ੀਆ ਵੱਲੋਂ 2022 ਦੇ ਇਮੀਗ੍ਰੇਸ਼ਨ ਟਾਰਗੇਟ ਬਾਰੇ ਐਲਾਨ ਕੀਤਾ ਗਿਆ, ਜਿਸ ਵਿੱਚ ਵਾਧੇ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਪਤਾ ਚੱਲਿਆ ਹੈ ਕਿ 2021 ਦੌਰਾਨ ਨੋਵਾ ਸਕੋਸ਼ੀਆ ਵੱਲੋਂ 9000 ਤੋਂ ਵੱਧ ਨਿਊ ਕਮਰਸ ਦਾ ਸਵਾਗਤ ਕੀਤਾ ਗਿਆ। ਹੁਣ ਨੋਵਾ ਸਕੋਸ਼ੀਆ ਸੂਬੇ ਤੋਂ ਇਮੀਗ੍ਰੇਸ਼ਨ ਬਾਰੇ ਜੋ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ, ਉਸ ਵਿੱਚ ਪਤਾ ਚੱਲਿਆ ਹੈ ਕਿ ਨੋਵਾ ਸਕੋਸ਼ੀਆ ਨੋਮੀਨੀ ਪ੍ਰੋਗਰਾਮ ਤੇ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ, ਜੋ ਕਿ 2022 ਵਾਸਤੇ ਹੈ, ਉਸ ਦੇ ਕੋਟੇ ਵਿੱਚ ਵਾਧਾ ਕੀਤਾ ਗਿਆ ਹੈ। ਇਸ ਵਾਸਤੇ ਪ੍ਰੋਵਿੰਸ਼ੀਅਲ ਨੋਮੀਨੇਸ਼ਨਸ ਨੂੰ ਵਧਾ ਕੇ 5340 ਕਰ ਦਿੱਤਾ ਗਿਆ, ਜਿਸ ਦਾ ਮਤਲਬ ਹੈ ਕਿ 1173 ਨਵੀਆਂ ਨੋਮੀਨੇਸ਼ਨਸ ਇਸ ਪ੍ਰੋਗਰਾਮ ਵਿੱਚ ਐਡ ਕੀਤੀਆਂ ਗਈਆਂ ਨੇ। 2021 ਦੇ ਮੁਕਾਬਲੇ ਇਸ ਵਿੱਚ 75% ਦਾ ਵਾਧਾ ਨੋਵਾ ਸਕੋਸ਼ੀਆ ਸੂਬੇ ਵੱਲੋਂ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ 2021 ਦੌਰਾਨ ਰਿਕਾਰਡ ਤੋੜ ਨਿਊ ਕਮਰਸ ਦਾ ਸਵਾਗਤ ਨੋਵਾ ਸਕੋਸ਼ੀਆ ਵੱਲੋਂ ਕੀਤਾ ਗਿਆ। ਇੱਥੇ 2021 ਦੌਰਾਨ 9000 ਤੋਂ ਵੱਧ PR ਦਾਖਲ ਹੋਏ ਨੇ। 2019 ਦੇ ਮੁਕਾਬਲੇ ਇਸ ਵਿੱਚ 19% ਦਾ ਵਾਧਾ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਸੂਬੇ ਵੱਲੋਂ ਬਜਟ ਦੇ ਵਿੱਚ ਵੀ ਇਮੀਗ੍ਰੇਸ਼ਨ 'ਚ ਸੁਧਾਰ ਲਿਆਉਣ ਸੰਬੰਧੀ ਕਈ ਵੱਡੇ ਐਲਾਨ ਕੀਤੇ ਨੇ। 2022 ਤੋਂ 2023 ਦੇ ਬਜਟ ਵਿੱਚ $1 ਮਿਲੀਅਨ ਇਮੀਗ੍ਰੇਸ਼ਨ ਦੇ ਸੰਬੰਧੀ ਰੱਖਿਆ ਗਿਆ ਹੈ, ਤਾਂ ਕਿ ਇਸ ਵਿੱਚ ਸੁਧਾਰ ਲਿਆਂਦਾ ਜਾ ਸਕੇ। ਸਟਾਫ ਅਤੇ ਹੋਰ ਇਮੀਗ੍ਰੇਸ਼ਨ ਪ੍ਰੋਗਰਾਮਸ ਵਾਸਤੇ ਇਸ ਵਿੱਚ $8,95,000 ਰੱਖੇ ਗਏ ਹਨ। ਇਸ ਤੋਂ ਇਲਾਵਾ ਸੂਬੇ ਵੱਲੋਂ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀਆਂ ਦਾ ਵੀ ਸਵਾਗਤ ਕੀਤਾ ਗਿਆ। ਫੈਡਰਲ ਸਰਕਾਰ ਵੱਲੋਂ ਜੋ ਕੈਨੇਡਾ ਯੂਕਰੇਨ ਆਥੋਰਾਈਜ਼ੇਸ਼ਨ ਫਰੋਮ ਐਮਰਜੈਂਸੀ ਟਰੈਵਲ ਚਲਾਇਆ ਗਿਆ ਹੈ, ਉਸ ਤਹਿਤ ਇਸ ਸੂਬੇ ਵੱਲੋਂ 500 ਦੇ ਕਰੀਬ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀਆਂ ਦਾ ਸਵਾਗਤ ਕੀਤਾ ਗਿਆ। ਇੱਥੇ ਇਹ ਵੀ ਦੱਸ ਦਈਏ ਕਿ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ 2017 ਦੌਰਾਨ ਕੀਤੀ ਗਈ ਸੀ। ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹ ਇੱਕ ਸਕਸੈਸਫੁਲ ਪ੍ਰੋਗਰਾਮ ਸਾਬਤ ਹੋਇਆ, ਜਿਸ ਤੋਂ ਬਾਅਦ 2022 ਦੌਰਾਨ ਇਸ ਨੂੰ ਪਰਮਾਨੈਂਟ ਕਰ ਦਿੱਤਾ ਗਿਆ। ਕੈਨੇਡਾ ਵਿੱਚ ਕਾਮਿਆਂ ਦੀ ਭਾਰੀ ਕਮੀ ਹੈ, ਜਿਸ ਕਾਰਨ ਜਿਹੜੇ ਇੰਪਲੋਇਰ ਹਨ ਉਹ ਕਿਸੇ ਵੀ ਤਰੀਕੇ ਵਰਕਰ ਨੂੰ ਕੰਮ ਤੇ ਰੱਖਣ ਵਾਸਤੇ ਤਿਆਰ ਨੇ। ਜੀ ਹਾਂ, ਉਹਨਾਂ ਇੰਪਲੋਇਰਸ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਕੋਲ ਕੋਈ ਤਜਰਬਾ ਨਹੀਂ ਹੈ ਜਾਂ ਫਿਰ ਸਰਟੀਫਿਕੇਟ ਜਾਂ ਹੋਰ ਕੋਈ ਚੀਜ਼ ਨਹੀਂ ਹੈ, ਤਾਂ ਵੀ ਉਹਨਾਂ ਨੂੰ ਕੁਝ ਸਕਿੱਲਸ ਨੂੰ ਧਿਆਨ ਵਿੱਚ ਰੱਖਦਿਆਂ ਕੰਮ ਤੇ ਰੱਖ ਲਿਆ ਜਾਏਗਾ। ਇਸ ਬਾਰੇ ਇੱਕ ਪੋਲ ਤੋਂ ਜਾਣਕਾਰੀ ਸਾਹਮਣੇ ਆਈ, ਜਿਸ ਵਿੱਚ ਪਤਾ ਚੱਲਿਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਇੰਪਲੋਇਰਸ ਅਜਿਹਾ ਕਰਨਾ ਚਾਹੁੰਦੇ ਨੇ ਜਿਹੜੇ ਕਿਸੇ ਵੀ ਤਰੀਕੇ ਕਾਮੇ ਨੂੰ ਕੰਮ ਤੇ ਰੱਖਣਾ ਚਾਹੁੰਦੇ ਹਨ। ਕੈਨੇਡਾ ਤੋਂ ਨੌਕਰੀਆਂ ਬਾਰੇ ਇੱਕ ਬੜੀ ਹੀ ਅਜੀਬ ਗੱਲ ਸਾਹਮਣੇ ਆਈ ਹੈ। ਬਹੁਤ ਸਾਰੇ ਇੰਪਲੋਇਰਸ ਅਜਿਹੇ ਹਨ ਜਿਹੜੇ ਬਿਨਾਂ ਤਜਰਬੇ ਦੇ ਵੀ ਕਰਮਚਾਰੀ ਨੂੰ ਕੰਮ ਤੇ ਰੱਖਣਾ ਚਾਹੁੰਦੇ ਨੇ। ਅਜਿਹਾ ਇਸ ਕਾਰਨ ਕਿਉਂਕਿ ਕਈ ਥਾਵਾਂ ਦੇ ਉੱਪਰ ਇਸ ਸਮੇਂ ਕਾਮਿਆਂ ਦੀ ਕਾਫੀ ਘਾਟ ਨਜ਼ਰ ਆ ਰਹੀ ਹੈ। ਤਾਜ਼ਾ ਜਾਣਕਾਰੀ ਇੱਕ ਸਰਵੇ ਤੋਂ ਸਾਹਮਣੇ ਆਈ ਹੈ, ਜਿਸ ਵਿੱਚ ਪਤਾ ਚੱਲਿਆ ਹੈ ਕਿ ਜ਼ਿਆਦਾਤਰ ਕੈਨੇਡੀਅਨ ਇੰਪਲੋਇਰ ਬਿਨਾਂ ਕਿਸੇ ਤਜਰਬੇ ਦੇ ਵੀ ਕਰਮਚਾਰੀ ਨੂੰ ਕੰਮ ਤੇ ਰੱਖਣਾ ਚਾਹੁੰਦੇ ਨੇ। ਇਸ ਸਰਵੇ ਵਿੱਚ 1000 ਇੰਪਲੋਇਰਸ ਨੂੰ ਸ਼ਾਮਿਲ ਕੀਤਾ ਗਿਆ, ਜੋ ਕਿ ਮਈ ਮਹੀਨੇ ਦੌਰਾਨ ਕਰਵਾਇਆ ਗਿਆ। 77% ਦੀ ਕੈਨੇਡੀਅਨ ਇੰਪਲੋਇਰਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੁਝ ਸਕਿੱਲਸ ਦੇਖ ਕੇ ਹੀ ਕਰਮਚਾਰੀ ਨੂੰ ਕੰਮ ਤੇ ਰੱਖ ਲਿਆ ਜਾਵੇਗਾ। ਹਰ 5 ਵਿੱਚੋਂ 4 ਇੰਪਲੋਇਰਸ ਇਹ ਕਹਿੰਦੇ ਨੇ ਕਿ ਉਹ ਬਿਨਾਂ ਕਿਸੇ ਡਿਗਰੀ ਜਾਂ ਫਿਰ ਸਰਟੀਫਿਕੇਟ ਦੇ ਵਰਕਰ ਨੂੰ ਕੰਮ ਤੇ ਰੱਖ ਲੈਣਗੇ ਤੇ ਨਵੇਂ ਕਰਮਚਾਰੀਆਂ ਨੂੰ ਉਹਨਾਂ ਵੱਲੋਂ ਜੌਬ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਇਹ ਜੋ ਤਾਜ਼ਾ ਪੋਲ ਸਾਹਮਣੇ ਆਇਆ, ਇਸ ਨੂੰ ਦੇਖ ਕੇ ਪਤਾ ਚੱਲ ਰਿਹਾ ਹੈ ਕਿ ਕਿਵੇਂ ਇਸ ਸਮੇਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਲੇਬਰ ਦੀ ਘਾਟ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਬਿਨਾਂ ਕਿਸੇ ਤਜਰਬੇ ਦੇ ਵੀ ਇੰਪਲੋਇਰ ਕਰਮਚਾਰੀ ਨੂੰ ਕੰਮ ਤੇ ਰੱਖਣ ਵਾਸਤੇ ਮਜਬੂਰ ਹੋ ਰਹੇ ਹਨ। ਇੰਪਲੋਇਰਸ ਵੱਲੋਂ ਲਗਾਤਾਰ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਕਰਮਚਾਰੀ ਨੂੰ ਕੰਮ ਤੇ ਰੱਖਿਆ ਜਾ ਸਕੇ। ਇਸ ਸਮੇਂ ਉਹਨਾਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਜੋ ਮਈ ਮਹੀਨੇ ਬਾਰੇ ਅੰਕੜਾ ਪੇਸ਼ ਕੀਤਾ ਗਿਆ, ਉਸ ਨੂੰ ਦੇਖ ਕੇ ਪਤਾ ਚੱਲਿਆ ਕਿ ਇਸ ਮਹੀਨੇ ਬੇਰੁਜ਼ਗਾਰੀ ਦਰ 5.1% ਦਰਜ ਕੀਤੀ ਗਈ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ ਹੇਠਾਂ ਆਈ।
1976 ਤੋਂ ਬਾਅਦ ਅਜਿਹਾ ਮਈ ਮਹੀਨੇ ਦੌਰਾਨ ਦੇਖਣ ਨੂੰ ਮਿਲਿਆ ਜਦੋਂ ਇੱਥੇ ਅਨਇੰਪਲੋਇਮੈਂਟ ਰੇਟ ਵਿੱਚ ਗਿਰਾਵਟ ਦਰਜ ਕੀਤੀ ਗਈ ਹੋਵੇ। ਪਹਿਲਾਂ ਤਾਂ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਕੋਰੋਨਾ ਪੈਂਡੈਮਿਕ ਦੇ ਕਾਰਨ ਵੱਖ-ਵੱਖ ਚੀਜ਼ਾਂ ਉੱਪਰ ਸਖਤੀ ਕੀਤੀ ਗਈ ਸੀ। ਬਹੁਤ ਸਾਰੇ ਕਾਰੋਬਾਰ ਬੰਦ ਹੋ ਗਏ, ਪਰ ਜਿਵੇਂ ਇਨ੍ਹਾਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ, ਕਾਰੋਬਾਰ ਮੁੜ ਤੋਂ ਖੋਲ੍ਹੇ ਗਏ ਤਾਂ ਫਿਰ ਆਰਥਿਕਤਾ ਦੇ ਵਿੱਚ ਵੀ ਹੌਲੀ-ਹੌਲੀ ਸੁਧਾਰ ਹੋਣ ਲੱਗਾ। ਇਸੇ ਦਾ ਨਤੀਜਾ ਹੈ ਕਿ ਪਹਿਲਾਂ ਦੇ ਮੁਕਾਬਲੇ ਅਨਇੰਪਲੋਇਮੈਂਟ ਰੇਟ ਵੀ ਹੇਠਾਂ ਦਰਜ ਕੀਤਾ ਗਿਆ। ਫੈਡਰਲ ਸਰਕਾਰ ਵੱਲੋਂ ਜੋ ਯਾਤਰੀਆਂ ਉੱਪਰ ਸ਼ਰਤ ਰੱਖੀ ਗਈ ਸੀ ਉਹ ਕੱਲ ਤੋਂ ਖਤਮ ਹੋਣ ਜਾ ਰਹੀ ਹੈ। ਜਿਹੜੇ ਬਿਨਾਂ ਟੀਕੇ ਵਾਲੇ ਯਾਤਰੀ ਨੇ ਉਹ ਵੀ ਹਵਾਈ ਤੇ ਰੇਲ ਸਫ਼ਰ ਕਰ ਸਕਣਗੇ। ਇਹ ਰਾਹਤ ਡੋਮੈਸਟਿਕ ਟਰੈਵਲਰਸ ਨੂੰ ਦਿੱਤੀ ਗਈ ਹੈ, ਜਿਸ ਬਾਰੇ ਟਰਾਂਸਪੋਰਟ ਮੰਤਰੀ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ। ਕੈਨੇਡਾ ਸਰਕਾਰ ਵੱਲੋਂ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਗਈ, ਜਿਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ 에ਅਰਪੋਰਟ ਦੇ ਉੱਪਰ ਜੋ ਦੇਰੀ ਹੋ ਰਹੀ ਹੈ ਉਸ ਕਾਰਨ ਜੋ ਸਰਕਾਰ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਸੰਬੰਧੀ ਫੈਸਲਾ ਲਿਆ ਗਿਆ ਹੈ ਉਸ ਦੇ ਉੱਪਰ ਕੋਈ ਵੀ ਅਸਰ ਨਹੀਂ ਪਵੇਗਾ। ਜੀ ਹਾਂ, ਯਾਤਰੀਆਂ ਸੰਬੰਧੀ ਫੈਡਰਲ ਸਰਕਾਰ ਵੱਲੋਂ ਫੈਸਲਾ ਲੈਂਦਿਆਂ ਐਲਾਨ ਕੀਤਾ ਗਿਆ ਕਿ ਜਿਹੜੇ ਬਿਨਾਂ ਵੈਕਸੀਨ ਲਗਵਾਉਣ ਵਾਲੇ ਯਾਤਰੀ ਨੇ ਉਹ ਵੀ ਕੱਲ ਤੋਂ ਹਵਾਈ ਤੇ ਰੇਲ ਸਫ਼ਰ ਕਰ ਸਕਣਗੇ। ਕੈਨੇਡਾ ਵਿੱਚ ਇਸ ਦੀ ਸ਼ੁਰੂਆਤ ਕੱਲ ਤੋਂ ਹੋਣ ਜਾ ਰਹੀ ਹੈ। ਇਸ ਸਭ ਬਾਰੇ ਟਰਾਂਸਪੋਰਟ ਮੰਤਰੀ ਕਹਿੰਦੇ ਨੇ ਕਿ 에ਅਰਪੋਰਟ ਦੇ ਉੱਪਰ ਜੋ ਸਥਿਤੀ ਬਣੀ ਹੋਈ ਸੀ ਉਸ ਨੂੰ ਦੇਖਦਿਆਂ ਸਰਕਾਰ ਵੱਲੋਂ ਫੈਸਲਾ ਨਹੀਂ ਲਿਆ ਗਿਆ। ਟਰਾਂਸਪੋਰਟ ਮੰਤਰੀ ਦੇ ਦੱਸਣ ਮੁਤਾਬਕ 에ਅਰਪੋਰਟ ਦੇ ਉੱਪਰ ਇਸ ਸਮੇਂ ਲੇਬਰ ਦੀ ਘਾਟ ਹੈ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਤਰੀਆਂ ਨੂੰ ਇੱਥੇ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈ ਰਿਹਾ ਹੈ। ਸਰਕਾਰ ਇਸ ਸੰਬੰਧੀ ਲਗਾਤਾਰ ਉਪਰਾਲਾ ਕਰ ਰਹੀ ਹੈ ਤਾਂ ਕਿ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਜਲਦ ਤੋਂ ਜਲਦ ਹੱਲ ਲੱਭਿਆ ਜਾ ਸਕੇ। ਸਰਕਾਰ ਦੇ ਤਾਜ਼ਾ ਐਲਾਨ ਮੁਤਾਬਕ ਕੱਲ ਤੋਂ ਜਿਹੜੇ ਵੀ ਡੋਮੈਸਟਿਕ ਟਰੈਵਲਰਸ ਨੇ ਉਹ ਬਿਨਾਂ ਵੈਕਸੀਨੇਸ਼ਨ ਦੀ ਸ਼ਰਤ ਦੇ ਵੀ ਯਾਤਰਾ ਕਰ ਸਕਦੇ ਨੇ, ਭਾਵ ਕਿ ਉਹਨਾਂ ਨੂੰ ਹਵਾਈ ਸਫ਼ਰ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਮੇਂ-ਸਮੇਂ ਤੇ ਵੱਖ-ਵੱਖ ਪਾਰਟੀਆਂ ਯਾਤਰਾ ਸੰਬੰਧੀ ਪਾਬੰਦੀਆਂ ਖਤਮ ਕਰਨ ਦੀ ਮੰਗ ਕਰਦੀਆਂ ਰਹੀਆਂ ਨੇ। ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਲਗਾਤਾਰ ਇਹ ਮੁੱਦਾ ਚੁੱਕਿਆ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ 에ਅਰਪੋਰਟ ਦੇ ਉੱਪਰ ਜਿਹੜੀ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਹੁਣ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਫੈਡਰਲ ਸਰਕਾਰ ਨੂੰ ਯਾਤਰੀਆਂ ਵਾਸਤੇ ਰਾਹਤ ਦਾ ਐਲਾਨ ਕਰਨਾ ਚਾਹੀਦਾ ਹੈ। ਸਮੇਂ-ਸਮੇਂ ਤੇ ਫੈਡਰਲ ਸਰਕਾਰ ਵੱਲੋਂ ਰਾਹਤ ਦਿੱਤੀ ਵੀ ਗਈ। ਪਹਿਲਾਂ ਉਹਨਾਂ ਵੱਲੋਂ ਕੁਆਰੰਟੀਨ ਦੇ ਨਿਯਮ ਨੂੰ ਖਤਮ ਕੀਤਾ ਗਿਆ, ਬਾਅਦ ਵਿੱਚ ਉਹਨਾਂ ਵੱਲੋਂ ਹੋਰ ਵੀ ਸ਼ਰਤਾਂ ਵਿੱਚ ਢਿੱਲ ਦਿੱਤੀ ਗਈ। ਇਸ ਤੋਂ ਪਹਿਲਾਂ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੈਕਸੀਨੇਟਡ ਅੰਤਰਰਾਸ਼ਟਰੀ ਯਾਤਰੀ ਕੈਨੇਡਾ ਆਉਣਗੇ ਉਹਨਾਂ ਦੀ ਇੱਥੇ ਰੈਂਡਮ ਟੈਸਟਿੰਗ ਨਹੀਂ ਹੋਵੇਗੀ, ਭਾਵ ਕਿ ਰੈਂਡਮ ਟੈਸਟਿੰਗ ਤੋਂ ਉਹਨਾਂ ਨੂੰ ਢਿੱਲ ਦਿੱਤੀ ਜਾ ਰਹੀ ਹੈ। ਇਹ ਮੌਜੂਦਾ ਸਮੇਂ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਫੈਡਰਲ ਸਰਕਾਰ ਵੱਲੋਂ ਫੈਸਲੇ ਲਏ ਗਏ। ਇਸ ਤੋਂ ਇਲਾਵਾ ਜੋ ਕੋਵਿਡ ਅਲਰਟ ਐਪ ਸੀ ਉਸ ਨੂੰ ਵੀ ਹੁਣ ਬੰਦ ਕਰਨ ਦਾ ਸਰਕਾਰ ਵੱਲੋਂ ਫੈਸਲਾ ਲਿਆ ਗਿਆ, ਜਿਸ ਬਾਰੇ ਪਿਛਲੇ ਦਿਨੀ ਜਾਣਕਾਰੀ ਸਾਹਮਣੇ ਆਈ। ਫੈਡਰਲ ਸਰਕਾਰ ਵੱਲੋਂ $5 ਬਿਲੀਅਨ ਖਰਚ ਕੀਤੇ ਜਾਣਗੇ, ਜਿਸ ਬਾਰੇ ਰੱਖਿਆ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ। ਰੱਖਿਆ ਮੰਤਰੀ ਅਨੀਤਾ ਆਨੰਦ ਵੱਲੋਂ ਦੱਸਿਆ ਗਿਆ ਕਿ ਰੱਖਿਆ ਦੇ ਖੇਤਰ ਵਿੱਚ ਇਸ ਕੀਮਤ ਦੀ ਅਗਲੇ 6 ਸਾਲਾਂ ਤੱਕ ਵਰਤੋਂ ਕੀਤੀ ਜਾਵੇਗੀ। ਇਸ ਦੇ ਨਾਲ ਕੀ ਹੋਵੇਗਾ, ਕਿਉਂ ਇਹ ਫੈਡਰਲ ਸਰਕਾਰ ਵੱਲੋਂ ਜੋ ਸਪੈਂਡਿੰਗ ਹੈ ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ, ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ। ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਵੱਲੋਂ ਅੱਜ ਕੁਝ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਕੈਨੇਡਾ ਵੱਲੋਂ ਰੱਖਿਆ ਵਾਸਤੇ ਕਿੰਨਾ ਖਰਚ ਕੀਤਾ ਜਾ ਰਿਹਾ ਹੈ। ਅਨੀਤਾ ਆਨੰਦ ਦੇ ਦੱਸਣ ਮੁਤਾਬਕ ਕੈਨੇਡਾ ਵੱਲੋਂ ਰੱਖਿਆ ਵਾਸਤੇ ਅਪਗ੍ਰੇਡ ਸੰਬੰਧੀ $5 ਬਿਲੀਅਨ ਤੱਕ ਖਰਚ ਕੀਤੇ ਜਾਣਗੇ। ਰੱਖਿਆ ਮੰਤਰੀ ਦੇ ਦੱਸਣ ਮੁਤਾਬਕ ਇਹ ਖਰਚਾ ਅਗਲੇ 6 ਸਾਲਾਂ ਤੱਕ ਕੀਤਾ ਜਾਵੇਗਾ ਤਾਂ ਕਿ ਡਿਫੈਂਸ ਨੂੰ ਹੋਰ ਵੀ ਜ਼ਿਆਦਾ ਮਾਡਰਨਾਈਜ਼ ਕੀਤਾ ਜਾ ਸਕੇ। ਅਨੀਤਾ ਆਨੰਦ ਜਿਸ ਵੇਲੇ ਓਨਟਾਰੀਓ ਵਿੱਚ ਮੌਜੂਦ ਸਨ, ਉਹਨਾਂ ਵੱਲੋਂ ਇਹਨਾਂ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ, ਕਿਹੜੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। As autocratic regimes threaten the rules-based international order that has protected us for decades, and as our competitors develop new technologies like hypersonic weapons and advanced cruise missiles, there is a pressing need to modernize Canada's NORAD capabilities. Today, I am here to announce that Canada is investing $4.9 billion over the next 6 years to modernize our continental defenses and to protect Canadians from new and emerging threats. This is the most significant upgrade to NORAD from a Canadian perspective in almost 4 decades. Modern, state-of-the-art equipment for our Canadian Armed Forces, who put their lives on the line each and every day to ensure the security and the sovereignty of our country.
It will create tremendous opportunities for Canadian industry and will ensure that Indigenous-owned businesses benefit from these investments throughout the supply chain. In addition to these immediate investments, this plan is funded for the long term. This plan has a total value of approximately $40 billion over the next 20 years, and it will deliver new capabilities to protect Canadians for generations to come. ਬੱਚਿਆਂ ਦੇ ਖਾਣੇ ਵਿੱਚ ਬੈਕਟੀਰੀਆ ਦਾ ਡਰ ਹੈ, ਜਿਸ ਕਾਰਨ ਕਈ ਖਾਣ ਦੇ ਡੱਬੇ ਵਾਪਸ ਬੁਲਾਏ ਗਏ। ਸਰਕਾਰ ਵੱਲੋਂ ਵੈਬਸਾਈਟ ਦੇ ਉੱਪਰ ਵੀ ਜਾਣਕਾਰੀ ਜਾਰੀ ਕਰ ਦਿੱਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਹੜੇ ਖਾਣ ਪੀਣ ਦੇ ਡੱਬੇ ਉਹਨਾਂ ਵੱਲੋਂ ਵਾਪਸ ਬੁਲਾਏ ਜਾ ਰਹੇ ਹਨ ਤੇ ਇਹਨਾਂ ਵਿੱਚ ਕੀ ਉਹਨਾਂ ਨੂੰ ਪਰੇਸ਼ਾਨੀ ਹੈ, ਇਹ ਵੀ ਉਹਨਾਂ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ। ਸ਼ਾਪਰਸ ਡਰੱਗ ਮਾਰਟ ਵੱਲੋਂ ਇੱਕ ਫੈਸਲਾ ਲਿਆ ਗਿਆ। ਸ਼ਾਪਰਸ ਡਰੱਗ ਮਾਰਟ ਵੱਲੋਂ ਬੱਚਿਆਂ ਦੇ ਖਾਣ ਪੀਣ ਦੇ ਕਈ ਫਾਰਮੂਲਾ ਵਾਪਸ ਬੁਲਾਏ ਗਏ ਹਨ। ਇਹਨਾਂ ਉੱਪਰ ਇੱਕ ਡਰ ਨੂੰ ਲੈ ਕੇ ਇਹਨਾਂ ਨੂੰ ਰਿਕਾਲ ਕੀਤਾ ਗਿਆ ਹੈ। ਜੀ ਹਾਂ, ਬੈਕਟੀਰੀਆ ਮੌਜੂਦ ਹੋਣ ਦੇ ਖਦਸ਼ੇ ਦੇ ਚੱਲਦਿਆਂ ਬੱਚਿਆਂ ਦੇ ਖਾਣ ਪੀਣ ਵਾਸਤੇ ਪਾਊਡਰ ਫਾਰਮੂਲੇ ਵਾਪਸ ਮੰਗਵਾਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਪਰ ਇਸ ਚੇਤਾਵਨੀ ਨੂੰ ਜਾਰੀ ਕੀਤਾ ਗਿਆ, ਜਿਸ ਮੁਤਾਬਕ ਸ਼ਾਪਰ ਡਰੱਗ ਮਾਰਕੀਟ ਵੱਲੋਂ ਸੈਮੋਲੀਨਾ ਅਤੇ ਕ੍ਰੋਨੋਬੈਕਟਰ ਸੈਕਾਜੇਬੀ ਬੈਕਟੀਰੀਆ ਦੇ ਮੌਜੂਦ ਹੋਣ ਦੇ ਖਦਸ਼ਿਆਂ ਕਰਕੇ ਐਬੋਟ ਬ੍ਰਾਂਡ ਦੇ ਕਈ ਫਾਰਮੂਲੇ ਵਾਪਸ ਮੰਗਵਾਏ ਜਾ ਰਹੇ ਨੇ। ਚੇਤਾਵਨੀ ਦਿੱਤੀ ਗਈ ਹੈ, ਜਿਸ ਮੁਤਾਬਕ 17 ਜਨਵਰੀ 2022 ਨੂੰ ਕੁਝ ਫਾਰਮੂਲਾ ਵਾਪਸ ਮੰਗਵਾਏ ਗਏ ਸਨ, ਪਰ ਗਲਤੀ ਨਾਲ ਕੁਝ ਉਤਪਾਦ ਆਨਲਾਈਨ ਵੇਚ ਦਿੱਤੇ ਗਏ। ਇਹ ਕੁਝ ਇਸ ਤਰ੍ਹਾਂ ਦੇ ਨੇ: ਸਿਮਿਲੈਕ ਐਡਵਾਂਸ ਸਟੈਪ 1 ਮਿਲਕ ਬੇਸਡ ਆਇਰਨ ਫੋਰਟੀਫਾਈਡ ਇਨਫੈਕਟ ਫਾਰਮੂਲਾ, ਇਸ ਦਾ 964 ਗ੍ਰਾਮ ਦਾ ਡੱਬਾ। ਸਿਮਿਲੈਕ ਐਡਵਾਂਸ ਸਟੈਪ 2 ਮਿਲਕ ਬੇਸਡ ਆਇਰਨ ਫੋਰਟੀਫਾਈਡ ਐਂਡ ਕੈਲਸ਼ੀਅਮ ਐਨਰਿਚਡ ਇਨਫੈਕਟ ਫਾਰਮੂਲਾ ਦਾ 964 ਗ੍ਰਾਮ ਦਾ ਡੱਬਾ। ਸਿਮਿਲੈਕ ਐਲੀਮੈਂਟਮ ਸਟੈਪ 1 ਹਾਈਪੋਐਲਰਜੈਨਿਕ ਇਨਫੈਂਟ ਫਾਰਮੂਲਾ ਦਾ 400 ਗ੍ਰਾਮ ਦਾ ਡੱਬਾ। ਸਿਮਿਲੈਕ ਐਡਵਾਂਸ ਸਟੈਪ 2 ਮਿਲਕ ਬੇਸਡ ਆਇਰਨ ਫੋਰਟੀਫਾਈਡ ਐਂਡ ਕੈਲਸ਼ੀਅਮ ਐਨਰਿਚਡ ਇਨਫੈਂਟ ਫਾਰਮੂਲਾ 648 ਗ੍ਰਾਮ ਦਾ ਡੱਬਾ। ਇਹ ਜਿਹੜੇ ਪ੍ਰੋਡਕਟਸ ਨੇ, ਇਹਨਾਂ ਨੂੰ ਹੁਣ ਵਾਪਸ ਮੰਗਵਾਇਆ ਗਿਆ ਹੈ। ਇਸ ਸਭ ਦੇ ਉੱਪਰ ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੋਵੇ ਕਿ ਉਹ ਰਿਕਾਲ ਕੀਤੇ ਗਏ ਖਾਣੇ ਨੂੰ ਖਾ ਕੇ ਬਿਮਾਰ ਹੋਏ ਹਨ, ਉਹਨਾਂ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਰਿਕਾਲ ਕੀਤੇ ਗਏ ਪ੍ਰੋਡਕਟਸ ਜਾਂ ਤਾਂ ਸੁੱਟ ਦਿੱਤੇ ਜਾਣ ਜਾਂ ਫਿਰ ਇਹਨਾਂ ਨੂੰ ਜਿੱਥੋਂ ਖਰੀਦਿਆ ਹੈ ਉੱਥੇ ਵਾਪਸ ਕਰ ਦਿੱਤੇ ਜਾਣ। ਹੁਣ ਇਸ ਸਭ ਤੋਂ ਬਾਅਦ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਵੱਲੋਂ ਕਈ ਪ੍ਰੋਡਕਟਸ ਨੂੰ ਵਾਪਸ ਮੰਗਵਾਇਆ ਜਾ ਰਿਹਾ ਹੈ। ਸਕਾਰਬਰੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਾਰਕਿੰਗ ਲਾਟ ਵਿੱਚ ਗੋਲੀਆਂ ਚੱਲੀਆਂ ਨੇ। ਗੋਲੀਆਂ ਲੱਗਣ ਕਾਰਨ 4 ਜਾਣੇ ਜ਼ਖਮੀ ਹੋਏ। ਇੱਕ ਨੂੰ ਗੰਭੀਰ ਹਾਲਤ ਦੇ ਵਿੱਚ ਦੱਸਿਆ ਜਾ ਰਿਹਾ ਤੇ ਇੱਕ ਨੂੰ ਹਲਕੀਆਂ ਸੱਟਾਂ ਲੱਗਣ ਦੇ ਬਾਰੇ ਜਾਣਕਾਰੀ ਮਿਲ ਰਹੀ ਹੈ। ਪੁਲਿਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਵੱਲੋਂ ਪੀੜਤਾਂ ਦੇ ਨਾਮ ਅਜੇ ਤੱਕ ਜਨਤਕ ਨਹੀਂ ਕੀਤੇ ਗਏ। ਸਕਾਰਬਰੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਾਰਕਿੰਗ ਲਾਟ ਵਿੱਚ ਗੋਲੀਆਂ ਚੱਲੀਆਂ ਨੇ। 4 ਜਾਣਿਆਂ ਨੂੰ ਇਸ ਦੌਰਾਨ ਗੋਲੀਆਂ ਲੱਗਣ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਜੀ ਹਾਂ, ਇਹ ਗੋਲੀਬਾਰੀ ਦੀ ਘਟਨਾ ਅਨਸੈਕਸ਼ਨਡ ਕਾਰ ਰੈਲੀ ਦੌਰਾਨ ਵਾਪਰੀ, ਜਿੱਥੇ 4 ਜਾਣਿਆਂ ਨੂੰ ਗੋਲੀ ਲੱਗਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਮਾਮਲੇ ਦੀ ਜਾਣਕਾਰੀ ਟੋਰਾਂਟੋ ਪੁਲਿਸ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਘਟਨਾ ਸ਼ਾਮ 8 ਵਜੇ ਦੇ ਕਰੀਬ ਹਾਈਵੇ 401 ਦੇ ਨਾਰਥ ਤੋਂ ਸਾਹਮਣੇ ਆਈ ਹੈ। ਜਿਸ ਵੇਲੇ ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਇੱਥੇ 3 ਵਿਅਕਤੀ ਅਤੇ ਇੱਕ ਔਰਤ ਜ਼ਖਮੀ ਹਾਲਤ ਵਿੱਚ ਪਏ ਸਨ। ਇਹ ਚਾਰੋਂ ਜਾਣੇ ਗੋਲੀਆਂ ਲੱਗਣ ਕਾਰਨ ਇੱਥੇ ਜ਼ਖਮੀ ਹੋਏ। ਟੋਰਾਂਟੋ ਪੈਰਾਮੈਡਿਕਸ ਦੇ ਦੱਸਣ ਮੁਤਾਬਕ ਇਹਨਾਂ 4 ਪੀੜਤਾਂ ਵਿੱਚੋਂ ਇੱਕ ਕਾਫੀ ਜ਼ਿਆਦਾ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਗਿਆ ਤੇ ਇੱਕ ਨੂੰ ਹਲਕੀਆਂ ਸੱਟਾਂ ਲੱਗਣ ਦੇ ਬਾਰੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ। ਫਿਲਹਾਲ ਸ਼ੂਟਰ ਦੇ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਜਿਸ ਵੱਲੋਂ ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਇਸ ਦੀ ਅਜੇ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ 4 ਜਾਣੇ ਜ਼ਖਮੀ ਹੋਏ ਨੇ, ਉਹਨਾਂ ਦੀ ਪਹਿਚਾਣ ਵੀ ਪੁਲਿਸ ਵੱਲੋਂ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਪੁਲਿਸ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਪਰ ਉਹਨਾਂ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਫਿਰ ਕਿਸੇ ਕੋਲ ਕੋਈ ਗੋਲੀਬਾਰੀ ਦੀ ਘਟਨਾ ਦੀ ਫੁਟੇਜ ਹੋਵੇ ਤਾਂ ਫਿਰ ਕ੍ਰਾਈਮ ਸਟਾਪਰਸ ਨਾਲ 22284777 ਦੇ ਉੱਪਰ ਕਾਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਪਾਰਲੀਮੈਂਟ ਨੂੰ ਲੈ ਕੇ ਲਿਬਰਲ ਪਾਰਟੀ ਦੀ ਮੰਗ ਹੈ। ਉਹ ਚਾਹੁੰਦੇ ਨੇ ਕਿ ਅਜੇ ਵੀ ਹਾਈਬ੍ਰਿਡ ਮਾਡਲ ਨੂੰ ਅੱਗੇ ਜਾਰੀ ਰੱਖਿਆ ਜਾਵੇ। ਇਸ ਸੰਬੰਧੀ ਹੁਣ ਡਿਬੇਟ ਤੇ VOTING ਜਿਹੜੀ ਹੈ ਉਹ ਕਰਵਾਈ ਜਾਏਗੀ। ਨਿਊਜ਼ ਕਾਨਫਰੰਸ ਦੇ ਰਾਹੀਂ ਇਸ ਬਾਰੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ, ਜਿੱਥੇ ਆਪੋਜੀਸ਼ਨ ਪਾਰਟੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਪਾਰਟੀਆਂ ਕਿਸ ਹੱਕ ਵਿੱਚ ਵੋਟ ਕਰਦੀਆਂ ਨੇ। ਲਿਬਰਲਸ ਵੱਲੋਂ ਹਾਊਸ ਆਫ ਕਾਮਨਸ ਨੂੰ ਲੈ ਕੇ ਇੱਕ ਮੰਗ ਕੀਤੀ ਜਾ ਰਹੀ ਹੈ। ਲਿਬਰਲਸ ਚਾਹੁੰਦੇ ਹਨ ਕਿ ਇੱਕ ਹੋਰ ਸਾਲ ਵਾਸਤੇ ਉਹਨਾਂ ਵੱਲੋਂ ਹਾਈਬ੍ਰਿਡ ਹਾਊਸ ਆਫ ਕਾਮਨਸ ਮਾਡਲ ਜਾਰੀ ਰੱਖਿਆ ਜਾਵੇ,
ਜੀ ਹਾਂ, ਮੌਜੂਦਾ ਸਮੇਂ ਕਰੋਨਾ ਵਾਇਰਸ ਦੇ ਹਾਲਾਤਾਂ ਵਿੱਚ ਹੁੰਦੇ ਸੁਧਾਰ ਨੂੰ ਧਿਆਨ ਵਿੱਚ ਰੱਖਦਿਆਂ ਵੀ ਲਿਬਰਲਸ ਚਾਹੁੰਦੇ ਹਨ ਕਿ ਪਾਰਲੀਮੈਂਟ ਵਿੱਚ ਹਾਈਬ੍ਰਿਡ ਮਾਡਲ ਨੂੰ ਹੀ ਅੱਗੇ ਜਾਰੀ ਰੱਖਿਆ ਜਾਵੇ। ਇਸ ਬਾਰੇ ਗਵਰਨਮੈਂਟ ਹਾਊਸ ਲੀਡਰ ਵੱਲੋਂ ਪ੍ਰੈਸ ਕਾਨਫਰੰਸ ਦੇ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਇਸ ਨਾਲ ਸੰਬੰਧਿਤ ਮੋਸ਼ਨ ਲਿਆਂਦਾ ਜਾ ਸਕਦਾ ਹੈ ਤਾਂ ਕਿ ਹਾਈਬ੍ਰਿਡ ਮਾਡਲ ਨੂੰ ਅੱਗੇ ਜਾਰੀ ਰੱਖਿਆ ਜਾ ਸਕੇ। ਇਸ ਬਾਰੇ ਗਵਰਨਮੈਂਟ ਹਾਊਸ ਲੀਡਰ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੇ ਆਪੋਜੀਸ਼ਨ ਪਾਰਟੀਆਂ ਨਾਲ ਵੀ ਇਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲਿਬਰਲ ਪਾਰਟੀ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਬੁੱਧਵਾਰ ਅਤੇ ਵੀਰਵਾਰ ਨੂੰ ਡਿਬੇਟ ਅਤੇ ਵੋਟਿੰਗ ਕਰਵਾਈ ਜਾਵੇਗੀ। ਮੌਜੂਦਾ ਸਮੇਂ ਹਾਊਸ ਆਫ ਕਾਮਨਸ ਵਿੱਚ ਜੋ ਹਾਈਬ੍ਰਿਡ ਸਿਟਿੰਗ ਲਗਾਈ ਗਈ ਸੀ ਉਸ ਦੀ ਮਿਆਦ ਵੀਰਵਾਰ ਵਾਲੇ ਦਿਨ ਸਮਾਪਤ ਹੋਣ ਜਾ ਰਹੀ ਹੈ। ਇਸ ਸਭ ਦੌਰਾਨ ਹੀ ਲਿਬਰਲ ਪਾਰਟੀ ਚਾਹੁੰਦੀ ਹੈ ਕਿ ਇਸ ਮਾਡਲ ਨੂੰ ਅੱਗੇ ਵੀ ਜਾਰੀ ਰੱਖਿਆ ਜਾ ਸਕੇ। ਹੁਣ ਜੋ ਲਿਬਰਲ ਪਾਰਟੀ ਵੱਲੋਂ ਮੰਗ ਕੀਤੀ ਜਾ ਰਹੀ ਹੈ, ਸਾਰੀਆਂ ਪਾਰਟੀਆਂ ਇਸ ਨਾਲ ਸਹਿਮਤ ਨਜ਼ਰ ਨਹੀਂ ਆ ਰਹੀਆਂ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਪਾਰਲੀਮੈਂਟ ਵਿੱਚ ਮੈਂਬਰ ਪਾਰਲੀਮੈਂਟਸ ਨੂੰ ਵਰਚੁਅਲ ਤਰੀਕੇ ਨਾਲ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਇੱਥੇ ਹੋਣ ਵਾਲੀਆਂ ਡਿਬੇਟਸ ਵਿੱਚ ਮੈਂਬਰ ਪਾਰਲੀਮੈਂਟ ਵਰਚੁਅਲ ਤਰੀਕੇ ਨਾਲ ਸ਼ਾਮਿਲ ਹੋ ਸਕਦੇ ਹਨ। ਹੁਣ ਦੇਖਣਾ ਹੋਵੇਗਾ ਕਿ ਵੱਖ-ਵੱਖ ਪਾਰਟੀਆਂ ਇਸ ਨੂੰ ਲੈ ਕੇ ਰਜ਼ਾਮੰਦੀ ਪ੍ਰਗਟਾਉਂਦੀਆਂ ਹਨ ਜਾਂ ਫਿਰ ਨਹੀਂ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਆਪਣੇ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਬਾਰੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ। ਦੱਸਿਆ ਗਿਆ ਹੈ ਕਿ ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਸੱਦੇ ਜਾਰੀ ਕੀਤੇ ਗਏ। ਕੈਨੇਡਾ ਦੇ ਸੂਬੇ ਵੱਲੋਂ ਪੀਐਨਪੀ ਡਰਾਅ ਕੱਢਿਆ ਗਿਆ, ਜਿਸ ਦੀ ਡੀਟੇਲ ਉਹਨਾਂ ਵੱਲੋਂ ਜਨਤਕ ਕੀਤੀ ਗਈ ਹੈ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਇਮੀਗ੍ਰੇਸ਼ਨ ਡਰਾਅ ਦੇ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿੰਨੇ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਡਰਾਅ ਦਾ ਐਲਾਨ ਸੂਬੇ ਵੱਲੋਂ 16 ਜੂਨ ਨੂੰ ਕੀਤਾ ਗਿਆ, ਜਿੱਥੇ ਪ੍ਰਿੰਸ ਐਡਵਰਡ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ 136 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਨ੍ਹਾਂ ਵਿੱਚੋਂ 127 ਸੱਦੇ ਲੇਬਰ ਅਤੇ ਐਕਸਪ੍ਰੈਸ ਐਂਟਰੀ ਸਟ੍ਰੀਮਸ ਅਧੀਨ ਦਿੱਤੇ ਗਏ। ਇਸ ਤੋਂ ਇਲਾਵਾ 9 ਸੱਦੇ ਪ੍ਰਿੰਸ ਐਡਵਰਡ ਆਈਲੈਂਡ ਦੇ ਬਿਜ਼ਨਸ ਇੰਪੈਕਟ ਐਂਡ ਵਰਕ ਪਰਮਿਟ ਸਟ੍ਰੀਮ ਅਧੀਨ ਦਿੱਤੇ ਗਏ। ਇਸ ਤਹਿਤ ਇਨਵੀਟੇਸ਼ਨ ਹਾਸਲ ਕਰਨ ਵਾਸਤੇ ਕੈਂਡੀਡੇਟਸ ਵਾਸਤੇ ਜ਼ਰੂਰੀ ਸੀ ਕਿ ਉਹਨਾਂ ਕੋਲ ਘੱਟੋ-ਘੱਟ 65 ਪੁਆਇੰਟਸ ਹੋਣ। ਇਸ ਤੋਂ ਪਹਿਲਾਂ ਜਿਹੜਾ ਡਰਾਅ ਕੱਢਿਆ ਗਿਆ ਸੀ ਉਸ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਇਸ ਡਰਾਅ ਦੇ ਮੁਕਾਬਲੇ ਜ਼ਿਆਦਾ ਇਨਵੀਟੇਸ਼ਨ ਦਿੱਤੇ ਗਏ। ਇਸ ਤੋਂ ਪਹਿਲਾਂ ਪਿਛਲਾ ਡਰਾਅ 20 ਮਈ ਨੂੰ ਐਲਾਨ ਕੀਤਾ ਗਿਆ, ਜਿਸ ਵਿੱਚ 153 ਸੱਦੇ ਜਾਰੀ ਕੀਤੇ ਗਏ। ਇੱਥੇ ਇਹ ਵੀ ਦੱਸ ਦਈਏ ਕਿ ਜੁਲਾਈ 2021 ਤੋਂ ਲੈ ਕੇ ਹੁਣ ਤੱਕ ਸੂਬੇ ਵੱਲੋਂ 1000 ਤੋਂ ਵੱਧ ਸੱਦੇ ਦਿੱਤੇ ਜਾ ਚੁੱਕੇ ਨੇ। ਪ੍ਰਿੰਸ ਐਡਵਰਡ ਆਈਲੈਂਡ ਪੀਐਨਪੀ ਜ਼ਰੀਏ ਹੁਣ ਤੱਕ 1174 ਲੋਕਾਂ ਦੀ ਕਿਸਮਤ ਜਾ ਚੁੱਕੀ ਹੈ। 2022 ਦੌਰਾਨ ਕਿੰਨੇ ਇਨਵੀਟੇਸ਼ਨ ਦਿੱਤੇ ਗਏ, ਇਹ ਵੀ ਪ੍ਰੋਵਿੰਸ ਤੋਂ ਜਾਣਕਾਰੀ ਸਾਹਮਣੇ ਆਈ ਹੈ। ਪਤਾ ਚੱਲਿਆ ਕਿ 800 ਤੋਂ ਵੱਧ ਸੱਦੇ ਜਾਰੀ ਕਰ ਦਿੱਤੇ ਗਏ ਨੇ। ਕੁੱਲ ਮਿਲਾ ਕੇ 826 ਇਨਵੀਟੇਸ਼ਨ ਉਮੀਦਵਾਰਾਂ ਨੂੰ ਮਿਲ ਚੁੱਕੇ ਨੇ। ਜਾਣਕਾਰੀ ਲਈ ਦੱਸ ਦਈਏ ਕਿ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਲੇਬਰ ਇੰਪੈਕਟ ਕੈਟੇਗਰੀ, ਸਕਿਲਡ ਵਰਕਰ ਸਟ੍ਰੀਮ, ਕ੍ਰਿਟੀਕਲ ਵਰਕਰ ਸਟ੍ਰੀਮ, ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮ, ਬਿਜ਼ਨਸ ਇੰਪੈਕਟ ਕੈਟੇਗਰੀ ਅਧੀਨ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਜਾਂਦੇ ਨੇ। ਇੱਕ ਰਾਹਗੀਰ ਨੂੰ ਬੱਸ ਦੀ ਟੱਕਰ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬੱਸ ਨੂੰ ਚਲਾਉਣ ਵਾਲਾ ਡਰਾਈਵਰ ਘਟਨਾ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ ਤੇ ਉਸ ਵੱਲੋਂ ਜਾਂਚ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਮਾਮਲਾ ਸਕਾਰਬਰੋ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਨੂੰ ਟੀਟੀਸੀ ਬੱਸ ਦੀ ਟੱਕਰ ਲੱਗੀ ਹੈ। ਪੁਲਿਸ ਵਿਭਾਗ ਵੱਲੋਂ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜਿਸ 32 ਸਾਲਾ ਵਿਅਕਤੀ ਨੂੰ ਟੀਟੀਸੀ ਬੱਸ ਦੀ ਟੱਕਰ ਲੱਗੀ, ਉਸ ਦੀ ਮੌਤ ਹੋ ਗਈ। ਐਮਰਜੈਂਸੀ ਕ੍ਰਿਊਜ਼ ਦੇ ਦੱਸਣ ਮੁਤਾਬਕ ਉਹਨਾਂ ਨੂੰ 1 ਵਜੇ ਦੇ ਕਰੀਬ ਬੁਲਾਇਆ ਗਿਆ, ਜਿੱਥੇ ਪਤਾ ਚੱਲਿਆ ਕਿ ਇੱਕ ਰਾਹਗੀਰ ਨੂੰ ਬੱਸ ਦੀ ਟੱਕਰ ਲੱਗ ਗਈ ਹੈ। ਟੋਰਾਂਟੋ ਪੁਲਿਸ ਟ੍ਰੈਫਿਕ ਸਰਵਿਸਿਜ਼ ਦੇ ਦੱਸਣ ਮੁਤਾਬਕ ਇਹ ਵਿਅਕਤੀ ਜਿਸ ਸਮੇਂ ਪੈਦਲ ਚੱਲ ਰਿਹਾ ਸੀ, ਉਸ ਵੇਲੇ ਬੱਸ ਦੀ ਟੱਕਰ ਉਸ ਨੂੰ ਲੱਗੀ। ਇਸ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਾਂਚ ਦੌਰਾਨ ਇਨਵੈਸਟੀਗੇਟਰਸ ਦਾ ਕਹਿਣਾ ਹੈ ਕਿ ਬੱਸ ਦਾ ਡਰਾਈਵਰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ ਤੇ ਉਸ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਸੀ। ਜਿਸ ਵੇਲੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ, ਉਹਨਾਂ ਵੱਲੋਂ ਘਟਨਾ ਵਾਲੀ ਥਾਂ ਨੂੰ ਕੁਝ ਸਮੇਂ ਵਾਸਤੇ ਬੰਦ ਰੱਖ ਦਿੱਤਾ ਗਿਆ। ਜਿਹੜਾ ਵਿਅਕਤੀ ਇਸ ਮਾਮਲੇ ਵਿੱਚ ਪੀੜਤ ਪਾਇਆ ਗਿਆ, ਉਸ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ, ਪਰ ਇਹ ਜ਼ਰੂਰ ਦੱਸਿਆ ਗਿਆ ਕਿ ਉਸ ਦੀ ਉਮਰ 32 ਸਾਲ ਦੇ ਕਰੀਬ ਹੈ। ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਦੇ ਵਿੱਚ ਆਹੀ ਗੱਲਾਂ ਦੀ ਸਾਂਝ ਪਾਈ ਗਈ ਹੈ। 3 ਲੜਕਿਆਂ ਵੱਲੋਂ ਕਈ ਥਾਵਾਂ ਦੇ ਉੱਪਰ ਚੋਰੀ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਹ ਤਿੰਨੋਂ ਟੀਨੇਜਰਸ ਦੱਸੇ ਜਾ ਰਹੇ ਨੇ, ਜਿਨ੍ਹਾਂ ਉੱਪਰ 56 ਦੇ ਕਰੀਬ ਚਾਰजेस ਲਗਾਏ ਗਏ। ਫਿਲਹਾਲ ਇਹਨਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਚੋਰੀ ਦੇ ਸੰਬੰਧ ਵਿੱਚ 3 ਜਾਣਿਆਂ ਨੂੰ ਹੁਣ ਚਾਰजेस ਦਾ ਸਾਹਮਣਾ ਕਰਨਾ ਪੈ ਰਿਹਾ ਹੈ। 3 ਜਾਣਿਆਂ ਦੇ ਉੱਪਰ 56 ਚਾਰजेस ਲਗਾਏ ਗਏ। ਚੋਰੀ ਦੇ ਮਾਮਲੇ ਵਿੱਚ ਜਿਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ, ਉਹਨਾਂ ਵਿੱਚ ਇੱਕ 14 ਸਾਲ ਦਾ ਲੜਕਾ ਵੀ ਸ਼ਾਮਿਲ ਹੈ। ਇਸ ਘਟਨਾ ਬਾਰੇ ਪੁਲਿਸ ਵੱਲੋਂ ਹੁਣ ਤੱਕ ਦੀ ਡਿਟੇਲ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ 2 ਹਫ਼ਤਿਆਂ ਦੌਰਾਨ ਪੀਲ ਖੇਤਰ ਵਿੱਚ ਫਾਰਮੇਸੀ ਰੋਬਰੀ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਸੰਬੰਧ ਵਿੱਚ ਹੁਣ ਕਈ ਜਾਣਿਆਂ ਤੇ ਕਾਰਵਾਈ ਕੀਤੀ ਗਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਸਸਪੈਕਟ ਨੇ ਉਹਨਾਂ ਵੱਲੋਂ ਚੋਰੀ ਕੀਤੀ ਟੋਇਟਾ ਕਰੋਲਾ ਦੀ ਵਰਤੋਂ ਕੀਤੀ ਜਾ ਰਹੀ ਸੀ। ਸਭ ਤੋਂ ਪਹਿਲਾਂ ਉਹਨਾਂ ਨੂੰ 9 ਜੂਨ ਸ਼ਾਮ 7:40 ਦੇ ਉੱਪਰ ਸਪੌਟ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਾਹਨ ਉਹਨਾਂ ਵੱਲੋਂ ਵਰਤਿਆ ਜਾ ਰਿਹਾ ਸੀ ਉਸ ਨੂੰ 7 ਜੂਨ ਦੌਰਾਨ ਚੋਰੀ ਕੀਤਾ ਗਿਆ। ਇਸ ਤੋਂ ਬਾਅਦ ਇਹਨਾਂ ਸਸਪੈਕਟਸ ਵੱਲੋਂ ਫਾਰਮੇਸੀ ਰੋਬਰੀ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਉੱਪਰ ਕਾਰਵਾਈ ਕੀਤੀ ਗਈ ਹੈ। ਇਹਨਾਂ ਉੱਪਰ ਇਲਜ਼ਾਮ ਹੈ ਕਿ ਇਹਨਾਂ ਨੇ 24 ਮਈ ਤੋਂ 9 ਜੂਨ ਵਿਚਕਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਹੜੇ ਸਸਪੈਕਟ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਨੇ ਉਹਨਾਂ ਦੀ ਪਹਿਚਾਣ ਤਾਂ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਉਹਨਾਂ ਦੀ ਪਹਿਚਾਣ ਯੂਥ ਕ੍ਰਿਮੀਨਲ ਜਸਟਿਸ ਐਕਟ ਅਧੀਨ ਅਜੇ ਤੱਕ ਸਾਂਝੀ ਨਹੀਂ ਕੀਤੀ ਗਈ, ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਇਸ ਵਿੱਚ 14 ਸਾਲਾ ਮਿਸੀਸਾਗਾ ਨਾਲ ਸੰਬੰਧਿਤ, 16 ਸਾਲਾ ਤੇ 17 ਸਾਲਾ ਬਰੈਂਪਟਨ ਨਾਲ ਸੰਬੰਧਿਤ ਲੜਕੇ ਨੇ, ਜਿਨ੍ਹਾਂ ਉੱਪਰ 56 ਚਾਰजेस ਪੁਲਿਸ ਵੱਲੋਂ ਲਗਾਏ ਗਏ ਹਨ। ਫਿਲਹਾਲ ਪੁਲਿਸ ਇਹਨਾਂ ਮਾਮਲਿਆਂ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਦੇ ਵਿੱਚ ਉਹਨਾਂ ਵੱਲੋਂ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਅਮਰੀਕਾ ਵਿੱਚ ਕਈ ਉਡਾਨਾਂ ਹੁਣ ਤੱਕ ਰੱਦ ਹੋ ਚੁੱਕੀਆਂ ਨੇ ਤੇ ਕਈ ਉਡਾਨਾਂ ਰੱਦ ਹੋਣ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਡੈਲਟਾ 에ਅਰਲਾਈਨ ਵੱਲੋਂ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਹੁਣ ਕਿੰਨੀਆਂ ਉਡਾਨਾਂ ਰੱਦ ਕੀਤੀਆਂ ਜਾਣਗੀਆਂ, ਇਸ ਦਾ ਅਸਲ ਕੀ ਕਾਰਨ ਹੈ ਉਹ ਵੀ ਸਾਹਮਣੇ ਆਇਆ। ਦੱਸ ਦਈਏ ਕਿ ਵੱਡੇ ਜਿਹੜੇ ਸਮਾਗਮ ਸਨ, ਦਿਨ ਸਨ, ਦਿਹਾੜੇ, ਉਹਨਾਂ ਦੇ ਮੌਕੇ ਦੇ ਉੱਪਰ ਉਡਾਨਾਂ ਰੱਦ ਹੋਈਆਂ ਸਨ। ਉਡਾਨਾਂ ਬਾਰੇ ਅਮਰੀਕਾ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਪਤਾ ਚੱਲਿਆ ਹੈ ਕਿ ਵੱਖ-ਵੱਖ ਦਿਹਾੜਿਆਂ ਦੇ ਮੌਕੇ ਕਈ ਉਡਾਨਾਂ ਰੱਦ ਹੋ ਗਈਆਂ। ਅਜਿਹਾ ਹੁਣ 4 ਜੁਲਾਈ ਦੇ ਮੌਕੇ ਨਾ ਹੋ ਸਕੇ, ਇਸ ਕਾਰਨ ਟਰਾਂਸਪੋਰਟੇਸ਼ਨ ਸੈਕਟਰੀ ਵੱਲੋਂ 에ਅਰਲਾਈਨ ਦੇ CEOs ਨਾਲ ਮੁਲਾਕਾਤ ਕੀਤੀ ਗਈ ਤਾਂ ਕਿ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ 4 ਜੁਲਾਈ ਦੇ ਮੌਕੇ ਦੇ ਉੱਪਰ ਯਾਤਰੀਆਂ ਨੂੰ ਸਾਹਮਣਾ ਨਾ ਕਰਨਾ ਪਵੇ। ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ ਮੈਮੋਰੀਅਲ ਡੇ ਵੀਕਐਂਡ ਦੌਰਾਨ 2700 ਉਡਾਨਾਂ ਰੱਦ ਹੋ ਗਈਆਂ। ਬਿਜ਼ੀ ਸਮਰ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਕਈ ਵੱਡੀਆਂ 에ਅਰਲਾਈਨਸ ਵੱਲੋਂ ਉਡਾਨਾਂ ਨੂੰ ਰੱਦ ਕੀਤਾ ਗਿਆ। ਇਸ ਤੋਂ ਇਲਾਵਾ ਜੂਨ ਅਤੇ ਲੇਬਰ ਡੇ ਦੇ ਮੌਕੇ ਉੱਪਰ 20,000 ਤੋਂ ਵੱਧ ਉਡਾਨਾਂ ਰੱਦ ਕੀਤੀਆਂ ਦੱਸੀਆਂ ਗਈਆਂ ਨੇ। ਉਡਾਨਾਂ ਸੰਬੰਧੀ ਜਿਹੜੀ ਪਰੇਸ਼ਾਨੀ ਹੋ ਰਹੀ ਹੈ, ਇਸ ਦਾ ਜਲਦ ਤੋਂ ਜਲਦ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਯਾਤਰਾ ਦੀ ਵੱਧ ਰਹੀ ਡਿਮਾਂਡ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਨਵੇਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਸਮੇਂ 10,000 ਤੋਂ ਵੱਧ ਨਵੇਂ ਵਰਕਰਸ ਰੱਖਣ ਵਿੱਚ ਦਿੱਕਤ ਆ ਰਹੀ ਹੈ। ਇਸ ਸਭ ਬਾਰੇ 에ਅਰਲਾਈਨਸ ਦੇ CEO ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ ਨੇ। ਡੈਲਟਾ 에ਅਰਲਾਈਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ 1 ਜੁਲਾਈ ਤੋਂ 7 ਅਗਸਤ ਤੱਕ US ਅਤੇ ਲੈਟਿਨ ਅਮਰੀਕਾ ਵਿੱਚ 100 ਰੋਜ਼ਾਨਾ ਉਡਾਨਾਂ ਰੱਦ ਕੀਤੀਆਂ ਜਾਣਗੀਆਂ। ਇਸ ਬਾਰੇ ਉਹਨਾਂ ਵੱਲੋਂ ਗ੍ਰਾਹਕਾਂ ਨੂੰ ਇੱਕ ਓਪਨ ਲੈਟਰ ਲਿਖਿਆ ਗਿਆ ਹੈ। ਇਸ ਦਾ ਕਾਰਨ ਡੈਲਟਾ ਵੱਲੋਂ ਸਾਂਝਾ ਕੀਤਾ ਗਿਆ। ਡੈਲਟਾ ਪਾਇਲਟਸ ਦਾ ਕਹਿਣਾ ਹੈ ਕਿ ਲੇਬਰ ਦੀ ਘਾਟ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਤੇ ਜਿਹੜੇ ਪਹਿਲਾਂ ਹੀ ਕੰਮ ਕਰ ਰਹੇ ਨੇ ਉਹਨਾਂ ਨੂੰ ਓਵਰ ਟਾਈਮ ਲਗਾਉਣਾ ਪੈ ਰਿਹਾ ਹੈ। ਦੂਜੇ ਪਾਸੇ ਪਾਇਲਟ ਯੂਨੀਅਨਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪਿਛਲੇ ਸਾਲ 8,000 ਦੇ ਕਰੀਬ ਨਵੇਂ ਕਮਰਸ਼ੀਅਲ ਪਾਇਲਟਸ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਇੱਕ ਵਿਅਕਤੀ ਵੱਲੋਂ ਇਕੱਠ ਦੇ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। 15 ਸਾਲਾ ਲੜਕੇ ਨੇ ਆਪਣੀ ਜਾਨ ਗਵਾ ਦਿੱਤੀ ਤੇ 3 ਜਾਣੇ ਜ਼ਖਮੀ ਦੱਸੇ ਗਏ। ਜਿਹੜੇ 3 ਜਾਣੇ ਜ਼ਖਮੀ ਹੋਏ ਉਹਨਾਂ ਵਿੱਚ ਇੱਕ ਪੁਲਿਸ ਅਫਸਰ ਵੀ ਸ਼ਾਮਿਲ ਹੈ। ਪੁਲਿਸ ਮਾਮਲੇ ਦੀ ਵਧੇਰੇ ਜਾਂਚ ਕਰ ਰਹੀ ਹੈ। ਮਾਮਲਾ ਵਾਸ਼ਿੰਗਟਨ ਤੋਂ ਸਾਹਮਣੇ ਆਇਆ, ਜਿੱਥੇ ਭੀੜ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀ ਲੱਗਣ ਕਾਰਨ 15 ਸਾਲਾ ਲੜਕੇ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ 3 ਜਾਣੇ ਜ਼ਖਮੀ ਦੱਸੇ ਗਏ। ਇਹਨਾਂ 3 ਜਾਣਿਆਂ ਵਿੱਚ ਇੱਕ ਪੁਲਿਸ ਅਫਸਰ ਵੀ ਸ਼ਾਮਿਲ ਹੈ ਜੋ ਗੋਲੀਬਾਰੀ ਦੌਰਾਨ ਜ਼ਖਮੀ ਹੋ ਗਿਆ। DC ਅਥਾਰਟੀਜ਼ ਵੱਲੋਂ ਇਸ ਮਾਮਲੇ ਦੀ ਹੁਣ ਤੱਕ ਜੋ ਜਾਣਕਾਰੀ ਦਿੱਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਐਤਵਾਰ ਨੂੰ ਇੱਥੇ ਅਨਪਰਮਿਟ ਮਿਊਜ਼ਿਕ ਗੈਦਰਿੰਗ ਹੋਈ, ਜਿੱਥੇ ਭੀੜ ਦੇ ਉੱਪਰ ਕਿਸੇ ਵੱਲੋਂ ਅਚਾਨਕ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀ ਲੱਗਣ ਕਾਰਨ ਇੱਕ ਦੀ ਮੌਤ ਹੋ ਗਈ ਤੇ 3 ਜਾਣੇ ਜ਼ਖਮੀ ਹੋਏ। ਪੁਲਿਸ ਵਿਭਾਗ ਵੱਲੋਂ ਨਿਊਜ਼ ਕਾਨਫਰੰਸ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 3 ਪੀੜਤਾਂ ਨੂੰ, ਜਿਸ ਵਿੱਚ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਆਫੀਸਰ ਵੀ ਮੌਜੂਦ ਹੈ, ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਆਫੀਸਰ ਦੀ ਲੱਤ ਵਿੱਚ ਗੋਲੀ ਲੱਗੀ ਹੈ। ਹੁਣ ਤੱਕ ਦੀ ਅਪਡੇਟ ਦੇ ਵਿੱਚ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਉਸ ਵਿੱਚ ਦੱਸਿਆ ਗਿਆ ਹੈ ਕਿ ਇੱਥੇ ਇੱਕ ਵਿਅਕਤੀ ਵੱਲੋਂ ਹੀ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਅਜੇ ਤੱਕ ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਇਸ ਤੋਂ ਇਲਾਵਾ ਦੱਸ ਦਈਏ ਕਿ ਗੋਲੀਬਾਰੀ ਦੇ ਮਾਮਲੇ ਵਿੱਚ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਪਹਿਚਾਣ ਪੁਲਿਸ ਵੱਲੋਂ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਜਿਸ 15 ਸਾਲਾ ਬੱਚੇ ਨੇ ਆਪਣੀ ਜਾਨ ਗਵਾ ਦਿੱਤੀ ਉਸ ਬਾਰੇ ਪੁਲਿਸ ਨੇ ਬਹੁਤੀ ਡਿਟੇਲ ਸਾਂਝੀ ਕੀਤੀ ਹੈ।
ਇਸ ਬਾਰੇ ਪੁਲਿਸ ਵਿਭਾਗ ਵੱਲੋਂ ਹੋਰ ਕੀ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਆਓ ਤੁਹਾਨੂੰ ਸੁਣਾਉਂਦੇ ਹਾਂ। The police officer is recovering from an area hospital. 2 of the victims are also recovering at an area hospital. 1 victim at this point, a juvenile victim, it appears that juvenile is deceased at this point. Unfortunately, we recovered several firearms in this area, to include a firearm off of one of the persons who was shot in this incident. It was an unpermitted event by the Mulcella group. We will certainly want to make sure that people are held accountable when they hold unpermitted events in our city. This is one of the reasons why we don't want unpermitted events taking place in our city. Unfortunately, things like this can happen when you have the wrong mix of people or people who introduce firearms into a situation. That's unfortunate, and we'll be having conversations with those persons very, very shortly and look at what legal action should be taken as a result of an unpermitted event in our city. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਬਾਰੇ ਹੋਇਆ ਵੱਡਾ ਐਲਾਨ, ਹੁਣ ਵੱਧ ਲੋਕਾਂ ਨੂੰ ਮਿਲੇਗਾ ਪੱਕੇ ਹੋਣ ਦਾ ਮੌਕਾ। ਕੈਨੇਡਾ ਵਿੱਚ ਕਾਮਿਆਂ ਦੀ ਭਾਰੀ ਕਮੀ, ਹੈਰਾਨ ਕਰਨ ਵਾਲਾ ਪੁੱਲ ਆਇਆ ਸਾਹਮਣੇ। ਕੱਲ ਨੂੰ ਯਾਤਰੀਆਂ ਤੇ ਲੱਗੀ ਸ਼ਰਤ ਖਤਮ, ਹੁਣ ਨਹੀਂ ਹੋਵੇਗਾ ਕਰੋਨਾ ਟੀਕਾ ਜ਼ਰੂਰੀ। ਸਰਕਾਰ ਕਰੇਗੀ $5 ਬਿਲੀਅਨ ਦਾ ਖਰਚ, ਰੱਖਿਆ ਮੰਤਰੀ ਨੇ ਦਿੱਤੀ ਇਸ ਦੀ ਜਾਣਕਾਰੀ। ਬੱਚਿਆਂ ਦੇ ਖਾਣੇ ਵਿੱਚ ਬੈਕਟੀਰੀਆ ਦਾ ਡਰ, ਕਈ ਡੱਬੇ ਮੰਗਵਾਏ ਵਾਪਸ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।